सतनाम। धन वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। हम सार दीन दयाल ना तुम सार अब पतियार क्या कीजै। बचनी तो मोर मन मानै जन को पूरन दीजै। हाँ बल बल जाओ रमैया कारने कारण कवन बोल। हाँ बल बल जाओ रमैया कारने कारण कवन बोल। सतनाम। धन वाहिगुरु साहिब जीओ। श्री राग महला पहला। घर चौथा। कीता कहा करे मन मान देवन हारे कै हाथ दान। कीता कहा करे मन मान देवन हारे कै हाथ दान। पावै दे ना दे सोए कीते कै कह क्या होए। आपे सच पावै तिस सच अंधा कच्चा कच ने कच। आपे सच पावै तिस सच अंधा कच्चा कच ने कच। रहाओ। वाहिगुरु जी का खालसा वाहिगुरु जी की फतेह। हाजरा हजूर सर्ब कला भरपूर चवर छतर तख्त दे रहबर शब्द गुरु रूहानियत दे भंडार। दसां गुरुआं दी आत्मक जोत गुरता गद्दी ते सुभाएमान
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਆਪਣੀ ਪਾਵਨ ਗੋਦ ਅੰਦਰ ਸਭਨਾਂ ਨੂੰ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਪਾਸੋਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਸ਼ਰਵਣ ਕਰ ਰਹੇ ਸੀ। ਸੋ ਆਓ ਰੋਜ਼ਾਨਾ ਜੋ ਲੜੀਵਾਰ ਸ਼੍ਰੀ ਰਾਗ ਬਾਣੀ ਦੀ ਵਿਚਾਰ ਇਸ ਸਥਾਨ ਤੇ ਹੋ ਰਹੀ ਹੈ, ਉਸ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਆਪਣੇ ਮਨ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੱਜ ਦੇ ਪਾਵਨ ਸ਼ਬਦ ਸ਼੍ਰੀ ਰਾਗ ਬਾਣੀ ਦੇ 32 ਨੰਬਰ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਕੀ ਗਿਆਨ ਸਾਡੀ ਝੋਲੀ ਦੇ ਵਿੱਚ ਪਾਇਆ। ਜਦੋਂ ਅਸੀਂ ਰਹਾਉ ਦੀਆਂ ਪੰਕਤੀਆਂ ਨੂੰ ਪੜ੍ਹਦੇ ਹਾਂ ਤੇ ਮਾਲਕ ਜੀ ਨੇ ਬੜੀ ਬਖਸ਼ਿਸ਼ ਕੀਤੀ। ਕਹਿੰਦੇ ਇਹਨਾਂ ਅੱਖਾਂ ਦੇ ਨਾਲ ਜੋ ਵੀ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਇਹ ਬਹੁਤਾ ਚੁਲਾਏਮਾਨ ਹੈ, ਇੱਥੇ ਸਦਾ ਵਾਸਤੇ ਸੁਭਾਏਮਾਨ ਨਹੀਂ, ਟਿਕਣ ਵਾਲਾ ਨਹੀਂ ਹੈ। ਤੇ ਇਹ ਵੀ ਹੈ ਜਿਹੜੀਆਂ ਵਸਤੂਆਂ ਜਿਹੜੇ ਪਦਾਰਥਾਂ ਦੇ ਨਾਲ ਇਨਸਾਨ ਮੋਹ ਪਾਉਂਦਾ ਹੈ, ਜਿਨ੍ਹਾਂ ਦੇ ਨਾਲ ਇਹ ਆਪਣਾ ਨਹੀਂ ਜੋੜ ਕੇ ਚੱਲਦਾ, ਜਿਨ੍ਹਾਂ ਦੀ ਭੱਜ ਦੌੜ ਦੇ ਵਿੱਚ ਦਿਨ ਰਾਤ ਫਿਰਦਾ, ਜਿਨ੍ਹਾਂ ਪਦਾਰਥਾਂ ਤੋਂ ਬਿਨਾ ਇਸ ਇਨਸਾਨ ਨੂੰ ਇੰਜ ਲੱਗਦਾ ਮੇਰਾ ਤੇ ਇੱਕ ਪਲ ਵੀ ਕੋਈ ਨਹੀਂ ਸਰਦਾ। ਤੇ ਮਾਲਕ ਜੀ ਕਹਿੰਦੇ ਵੀ ਇਹਨਾਂ ਨੇ ਵੀ ਸਾਥ ਛੱਡ ਜਾਣਾ ਹੈ, ਇਹ ਵੀ ਸੁਭਾਏਮਾਨ ਟਿਕਣ ਵਾਲੀਆਂ ਨਹੀਂ, ਇਹਨਾਂ ਵਿੱਚੋਂ ਸੱਚ ਨਹੀਂ ਹੈ। ਇਹ ਤੇ ਸਾਰੀਆਂ ਵਸਤੂਆਂ ਇੱਕ ਤਰ੍ਹਾਂ ਕੂੜ ਹੈ, ਕਿਉਂਕਿ ਜਿਸ ਨੇ ਕਦੇ ਟਿਕਣਾ ਨਹੀਂ, ਜਿਹਦਾ ਕੋਈ ਪੱਕਾ ਟਿਕਾਣਾ ਨਹੀਂ, ਜਿਹੜਾ ਥਿਰ ਰਹਿ ਨਹੀਂ ਸਕਦਾ, ਉਹਦੇ ਵਾਸਤੇ ਮਾਲਕ ਨੇ ਕੂੜ ਸ਼ਬਦ ਵਰਤਿਆ। ਜੇ ਕੋਈ ਆਖੇ ਮੇਰੇ ਕੋਲ ਤੇ ਰਾਜ ਭਾਗ ਹੈ, ਮੈਂ ਤੇ ਬੜਾ ਤਕੜਾ ਰਾਜਾ ਤੇ ਮੈਂ ਆਪਣੇ ਰਾਜ ਭਾਗ ਦੀ ਮਸਤੀ ਦੇ ਵਿੱਚ ਮੈਂ ਲੋਕਾਂ ਦੇ ਫੈਸਲੇ ਕਰਦਾ, ਮੇਰੇ ਕੋਲ ਤੇ ਬੜੇ ਐਲਕਾਰ ਰੱਖੇ ਹੋਏ ਨੇ, ਮੇਰੀ ਪ੍ਰਜਾ ਬਣੀ ਹੋਈ ਹੈ, ਮੇਰੇ ਕੋਲ ਧਨ ਦੌਲਤਾਂ ਨੇ, ਖਜ਼ਾਨੇ ਭਰੇ ਹੋਏ ਨੇ। ਭਾਵ ਕਿ ਜਦੋਂ ਇਹਨਾਂ ਚੀਜ਼ਾਂ ਦਾ ਹੰਕਾਰ ਅੰਦਰ ਹੋਇਆ ਤੇ ਮਾਲਕ ਨੇ ਇਸ ਨੂੰ ਵੀ ਰੱਦ ਕਰ ਦਿੱਤਾ। ਕਹਿੰਦੇ ਤੂੰ ਕਿਹੜੇ ਰਾਜ ਭਾਗ ਦੀ ਗੱਲ ਕਰਦਾ, ਯਾਦ ਰੱਖੀ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਜਦੋਂ ਸਾਰੇ ਸੰਸਾਰ ਦਾ ਜ਼ਿਕਰ ਆ ਗਿਆ, ਸਾਰਾ ਸੰਸਾਰ ਹੀ ਤੇ ਕੂੜ ਹੈ। ਫਿਰ ਯਾਦ ਰੱਖੀ ਮਨੁੱਖਾ, ਜਿਹੜੇ ਰਾਜ ਦੀ ਗੱਲ ਕਰਦਾ ਸੀ ਉਹ ਤੇਰਾ ਰਾਜ ਵੀ ਇਸ ਸੰਸਾਰ ਦੇ ਵਿੱਚ ਆਉਂਦਾ ਹੈ, ਤੇਰੇ ਐਲਕਾਰ ਤੇਰੀ ਪ੍ਰਜਾ ਵੀ ਇਸ ਰਾਜ ਇਸ ਸੰਸਾਰ ਦੇ ਵਿੱਚ ਆਉਂਦੀ ਹੈ। ਜਦੋਂ ਅਸੀਂ ਇਸ ਪਾਵਨ ਸ਼ਬਦ ਨੂੰ ਪੜ੍ਹਦੇ ਹਾਂ, ਅੰਤ ਤੇ ਬਖਸ਼ਿਸ਼ ਕੀਤੀ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ। ਕਹਿੰਦੇ ਕੂੜ ਦਾ ਆਪ ਇਨਸਾਨ ਜਿਹੜਾ ਕੂੜ ਸੀ, ਇਹਨੇ ਕੂੜ ਦੇ ਪਦਾਰਥਾਂ ਦੇ ਨਾਲ ਨੇ ਲਾ ਲਿਆ। ਇਹਨੇ ਆਪਣਾ ਪਿਆਰ, ਆਪਣੀ ਪ੍ਰੀਤ ਦਿਨ ਰਾਤ ਇਹਨਾਂ ਪਦਾਰਥਾਂ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਲਿਆ। ਲੰਮੀਆਂ ਲੰਮੀਆਂ ਆਸਾਂ ਲਾ ਕੇ ਆਉਣ ਵਾਲੇ ਸਮੇਂ ਦੇ ਵਾਸਤੇ ਪਦਾਰਥ ਇਕੱਠੇ ਕਰਨੇ। ਕਹਿੰਦੇ ਇਹਨੂੰ ਇਹ ਕੋਈ ਨਹੀਂ ਪਤਾ ਵੀ ਮੈਂ ਤੇ ਕੂੜ ਇਕੱਠਾ ਕੀਤੀ ਜਾ ਰਿਹਾ,
ਤੇ ਗੁਰੂ ਜੀ ਕਹਿਣ ਲੱਗੇ ਅਸਲ ਦੇ ਵਿੱਚ ਸੱਚ ਸੀ ਨਾ ਜਿਹੜਾ ਉਹ ਅੰਦਰ ਤੋਂ ਵਿਸਰ ਗਿਆ। ਕਰਤਾਰ ਉਹ ਮਾਲਕ ਉਹਦੀ ਯਾਦ ਵਿੱਚ ਜੁੜਨਾ ਸੀ ਪਰ ਇਹ ਤੇ ਵਿਸਾਰ ਬੈਠਾ। ਹੁਣ ਗੁਰੂ ਜੀ ਨੇ ਰਹਿਮਤ ਕੀਤੀ, ਕਹਿੰਦੇ ਬੜੀ ਛੇਤੀ ਭੱਜਦਾ ਇਸ ਝੂਠ ਦੇ ਪਦਾਰਥਾਂ ਵਾਲੇ ਪਾਸੇ, ਸਮਾਂ ਗਵਾਉਣਾ ਨਹੀਂ ਚਾਹੁੰਦਾ। ਝੂਠੇ ਪਦਾਰਥ ਇਕੱਤਰ ਕਰਦਿਆਂ ਹੋਇਆਂ ਇਹ ਮੋਹ ਮਾਇਆ, ਇਹ ਦੁਨੀਆ ਦੇ ਰੰਗ ਤਮਾਸ਼ੇ ਜਿੱਥੇ ਵੀ ਨਜ਼ਰ ਆਉਂਦੇ ਹੈ ਨਾ, ਦੌੜਦਾ ਹੋਇਆ ਭੱਜਦਾ ਉਸ ਵਾਲੇ ਪਾਸੇ ਨੂੰ। ਕੋਸ਼ਿਸ਼ ਕਰਦਾ ਮੈਂ ਇਹਨਾਂ ਨੂੰ ਇਕੱਠੇ ਕਰ ਲਵਾਂ, ਕੋਸ਼ਿਸ਼ ਕਰਦਾ ਮੈਂ ਇਹਨਾਂ ਨੂੰ ਸਾਂਭ ਕੇ ਰੱਖ ਲਵਾਂ, ਜਿਨ੍ਹਾਂ ਤੋਂ ਕੋਈ ਵੀ ਲਾਭ ਹੋਣ ਵਾਲਾ ਨਹੀਂ ਉਹਨਾਂ ਦੇ ਮਗਰ ਭੱਜ ਕੇ ਉਹਨਾਂ ਨੂੰ ਇਕੱਠੇ ਕਰਦਾ। ਤੇ ਜਿਹੜਾ ਸੱਚ ਸੀ ਉਹਨੂੰ ਕਦੇ ਇਕੱਠੇ ਕਰਨ ਦੇ ਬਾਰੇ ਸੋਚਿਆ ਹੀ ਨਹੀਂ। ਸੋ ਪਿਆਰਿਓ, ਜਦੋਂ ਅਸੀਂ ਅੱਜ ਦੇ ਬਚਨ ਪੜ੍ਹਦੇ ਹਾਂ ਤੇ ਮਾਲਕ ਜੀ ਨੇ ਰਹਿਮਤ ਕੀਤੀ, ਕਹਿੰਦੇ ਆਪੇ ਸੱਚ ਭਾਵੈ ਤਿਸ ਸੱਚ। ਕਹਿੰਦੇ ਇੱਕ ਗੱਲ ਤੇ ਹੈ, ਉਹ ਮਾਲਕ ਆਪ ਸੱਚਾ ਹੈ, ਉਹ ਆਪ ਸੱਚਾ ਹੈ ਜਿਸ ਦੇ ਬਾਰੇ ਪੜ੍ਹਦੇ ਆ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਆਪ ਸੱਚਾ ਹੈ, ਫਿਰ ਯਾਦ ਰੱਖੀ ਉਹਦੀ ਹਜ਼ੂਰੀ ਦੇ ਵਿੱਚ ਜਾਂ ਉਹਦੇ ਕੋਲ ਤੇਰੇ ਕੀਤੇ ਹੋਏ ਝੂਠ ਦੇ ਕਰਮ ਪ੍ਰਵਾਨ ਕੋਈ ਨਹੀਂ ਹੋਣ ਵਾਲੇ। ਉਹਨੂੰ ਚੰਗਾ ਕੀ ਲੱਗਦਾ ਹੈ, ਉਹਨੂੰ ਚੰਗਾ ਕੀ ਲੱਗਦਾ ਹੈ, ਭਾਵ ਹੈ ਤਿਸ ਸੱਚ। ਤੂੰ ਤੇ ਸੋਚਦਾ ਮੈਂ ਜੋ ਕੁਛ ਕਰਦਾ ਪਿਆ ਸ਼ਾਇਦ ਇਹ ਰੱਬ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਵੇ, ਉਸ ਮਾਲਕ ਨੂੰ ਚੰਗਾ ਲੱਗਦਾ ਹੋਵੇ, ਪਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਕਿਰਪਾ ਕਰ ਦਿੱਤੀ। ਕਹਿੰਦੇ ਨਹੀਂ, ਉਹ ਆਪ ਸੱਚਾ ਹੈ ਤੇ ਫਿਰ ਉਹਨੂੰ ਚੰਗਾ ਵੀ ਸੱਚਾ ਹੀ ਲੱਗਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਉਹਦੇ ਘਰ ਦੇ ਵਿੱਚ ਨਬੇੜਾ ਵੀ ਸੱਚ ਦਾ ਹੈ। ਯਾਦ ਰੱਖੀ, ਝੂਠ ਦੀ ਕੋਈ ਅਹਿਮੀਅਤ ਨਹੀਂ, ਇਹਦੀ ਬੁਨਿਆਦ ਬਹੁਤੇ ਥੋੜੇ ਸਮੇਂ ਵਾਸਤੇ ਹੈ, ਪਰ ਮਾਲਕ ਦੇ ਘਰ ਦੇ ਵਿੱਚ ਸੱਚ ਦੀ ਬੁਨਿਆਦ ਸਦੀਵੀ ਰਹਿਣ ਵਾਲੀ ਹੈ। ਜਿਹੜਾ ਆਪ ਸੱਚਾ ਹੈ ਫਿਰ ਉਹ ਆਖਦਾ ਮੈਨੂੰ ਤੇ ਚੰਗਾ ਵੀ ਸੱਚ ਲੱਗਦਾ ਹੈ। ਅੰਧਾ ਕੱਚਾ ਕੱਚ ਨੀ ਕੱਚ, ਅਗਿਆਨਤਾ ਦੇ ਵਸ ਪੈ ਕੇ ਜਦੋਂ ਇਨਸਾਨ ਕਚਿਆਈ ਇਕੱਠੀ ਕਰਦਾ, ਕੱਚੀਆਂ ਚੀਜ਼ਾਂ ਇਕੱਠੀਆਂ ਕਰਦਾ, ਕੱਚੇ ਪਦਾਰਥ ਇਕੱਠੇ ਕਰਦਾ, ਤੇ ਗੁਰੂ ਜੀ ਕਹਿੰਦੇ ਸੱਚ ਤੋਂ ਬਿਨਾਂ ਤੇ ਸਾਰਾ ਕੁਝ ਕੱਚਾ ਹੈ, ਇਸ ਸੰਸਾਰ ਦੇ ਵਿੱਚ ਕੁਝ ਵੀ ਚੰਗਾ ਲੱਗਣ ਵਾਲਾ ਨਹੀਂ। ਫਿਰ ਕਿਰਪਾ ਕਰਨ ਲੱਗੇ, ਕੀਤਾ ਕਹਾਂ ਕਰੇ ਮਨ ਮਾਨ, ਦੇਵਨ ਹਾਰੇ ਕੈ ਹੱਥ ਦਾਨ। ਉਸ ਮਾਲਕ ਵੱਲੋਂ ਪੈਦਾ ਕੀਤੇ ਹੋਏ, ਉਸ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਕਹਿੰਦੇ ਤੂੰ ਕਿਉਂ ਮਾਣ ਕਰਦਾ ਹੈ, ਕਿਉਂ ਮਾਣ ਕਰਦਾ ਹੈ, ਕਿਉਂ ਹੰਕਾਰ ਕਰਦਾ ਹੈ। ਯਾਦ ਰੱਖੀ, ਝੂਠੇ ਮਾਣ ਕਹਾਂ ਕਰੇ, ਤੂੰ ਤੇ ਝੂਠੇ ਮਾਣ ਕਰਦਾ ਫਿਰਦਾ ਨਾ, ਜਿਸ ਦਾ ਤੈਨੂੰ ਪਤਾ ਹੈ ਵੀ ਪ੍ਰਾਪਤੀ ਨਹੀਂ ਹੈ, ਜਿਸ ਵਿੱਚੋਂ ਕੁਝ ਤੈਨੂੰ ਮਿਲਣ ਵਾਲਾ ਨਹੀਂ, ਫਿਰ ਵੀ ਤੂੰ ਝੂਠੇ ਮਾਣ ਕਰਦਾ ਹੈ। ਥੋੜੇ ਜਿਹੇ ਸਮੇਂ ਵਾਸਤੇ ਦੁਨਿਆਵੀ ਪਦਾਰਥ ਮਿਲਦੇ ਨੇ, ਉਹਨਾਂ ਵਿੱਚੋਂ ਤੂੰ ਲੰਮਾ ਆਸਾਵਾਦੀ ਸੁੱਖ ਭਾਲਦਾ ਹੈ ਵੀ ਮੈਨੂੰ ਤੇ ਬੜਾ ਲੰਮਾ ਸੁੱਖ ਮਿਲਣ ਵਾਲਾ ਹੈ। ਤੇ ਗੁਰੂ ਜੀ ਕਹਿੰਦੇ ਨਹੀਂ ਪਿਆਰਿਆ, ਹੰਕਾਰ ਕਿਸ ਚੀਜ਼ ਦਾ, ਇੱਥੋਂ ਤੱਕ ਕਿ ਜਿਹੜਾ ਤੇਰਾ ਸਰੀਰ ਹੈ ਨਾ, ਇਹ ਵੀ ਜਨਮ ਦੇਣ ਵਾਲਾ ਤੈਨੂੰ ਕੋਈ ਹੋਰ ਹੈ, ਪਾਲਣ ਸਾਂਭਣ ਵਾਲਾ ਕੋਈ ਹੋਰ ਹੈ। ਜੇ ਤੂੰ ਦੁਨੀਆ ਦੇ ਵਿੱਚ ਆਪਣੇ ਸਰੀਰ ਦੇ ਦੁਆਰਾ ਕੋਈ ਰੁਜ਼ਗਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਵੀ ਦੇਣ ਵਾਲਾ ਕੋਈ ਹੋਰ ਹੈ। ਇੱਥੋਂ ਤੱਕ ਜਿਹੜੇ ਤੇਰੇ ਸਵਾਸ ਨੇ, ਸਵਾਸ ਦੇਣ ਵਾਲਾ ਵੀ ਉਹ ਮਾਲਕ ਆਪ ਹੈ, ਫਿਰ ਤੇਰਾ ਤੇ ਇਹਦੇ ਵਿੱਚ ਕੁਝ ਵੀ ਨਹੀਂ। ਹੰਕਾਰ ਤੇ ਤਾਂ ਕੀਤਾ ਜਾਏ ਜੇ ਤੇਰੇ ਕੋਲ ਕੁਝ ਆਪਣਾ ਹੈ, ਆਪਣੀ ਚੀਜ਼ ਦਾ, ਆਪਣੀ ਵਸਤੂ ਦਾ ਹੰਕਾਰ ਕੀਤਾ ਜਾਂਦਾ ਨਾ। ਕਈ ਵਾਰ ਕੋਈ ਇਨਸਾਨ ਕਿਸੇ ਦੇ ਘਰੋਂ ਕੋਈ ਸੰਦ ਸਾਧਨ ਮੰਗਣ ਵਾਸਤੇ ਜਾਵੇ ਤੇ ਉਹ ਅੱਗੋਂ ਹੰਕਾਰਿਆ ਹੋਇਆ ਅਕਸਰ ਨਾ ਕਰ ਦੇਵੇ ਵੀ ਇਹ ਤੇ ਮੇਰਾ, ਮੈਂ ਇਹਦੇ ਤੇ ਪੈਸੇ ਲਾਏ ਨੇ, ਮੈਂ ਖਰੀਦਿਆ, ਮੈਂ ਤੈਨੂੰ ਨਹੀਂ ਦੇ ਸਕਦਾ। ਇਸੇ ਤਰ੍ਹਾਂ ਹੁਣ ਜਿਹੜਾ ਸਰੀਰ ਹੈ, ਜਿਹੜੇ ਸਵਾਸ ਨੇ, ਉਸ ਮਾਲਕ ਵੱਲੋਂ ਦਿੱਤੇ ਹੋਏ ਨੇ, ਜਿਸ ਨੇ ਇਹ ਸਾਡਾ ਸਰੀਰ ਸਾਜਿਆ, ਸਵਾਸ ਵਿੱਚ ਪਾਏ ਨੇ। ਕਹਿੰਦੇ ਫਿਰ ਤੂੰ ਕਿਹੜੀ ਗੱਲ ਦਾ ਹੰਕਾਰ ਕਰਦਾ? ਇਸ ਕਰਕੇ ਹੰਕਾਰ ਕਰਨਾ ਛੱਡ, ਇਹਦੇ ਵਿੱਚ ਤੇਰਾ ਆਪਣਾ ਕੁਝ ਵੀ ਨਹੀਂ ਹੈ। ਦੇਵਨ ਹਾਰੇ
कै हथ दान, ਉਹ ਦੇਣ ਵਾਲੇ ਦੇ ਹੱਥ ਵਿੱਚ ਹੈ ਸਾਰਾ ਕੁਝ। ਜਿਸ ਨੇ ਦਾਤਾਂ ਦੇ ਕੇ ਨਵਾਜੀਆਂ ਨੇ ਨਾ, ਉਹਦੇ ਹੱਥ ਵਿੱਚ ਹੈ ਸਾਰਾ ਕੁਝ। ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਰੱਬ ਦੇ ਕੋਲ ਸਾਰਾ ਕੁਝ ਹੈ, ਉਹਦੇ ਹੱਥ ਵਿੱਚ ਹੈ। ਫਿਰ ਬੜੇ ਪਿਆਰੇ ਬਚਨ ਕੀਤੇ, ਭਾਵੈ ਦੇ ਨਾ ਦੇਈ ਸੋਏ, ਕੀਤੇ ਕਹਿਆ ਕਿਆ ਹੋਏ। ਕਹਿੰਦੇ ਯਾਦ ਰੱਖੀ, ਜੋ ਉਹਨੂੰ ਚੰਗਾ ਲੱਗਦਾ ਉਹ ਦਿੰਦਾ, ਜੋ ਉਹਨੂੰ ਨਹੀਂ ਲੱਗਦਾ ਉਹ ਨਹੀਂ ਦਿੰਦਾ। ਹੈ ਤੇ ਸਾਰਾ ਕੁਝ ਦੇਣ ਵਾਲੇ ਦੇ ਹੱਥ ਵਿੱਚ। ਕੀਤੇ ਕਹਿਆ ਕਿਆ ਹੋਏ। ਕਹਿੰਦੇ ਤੇਰੇ ਕਹਿਣ ਦੇ ਨਾਲ ਕੁਝ ਵੀ ਹੋਣ ਵਾਲਾ ਨਹੀਂ। ਤੂੰ ਤੇ ਕਈ ਵਾਰ ਬਹੁਤ ਲੰਮੀਆਂ ਆਸਾਂ ਲਾ ਕੇ ਵੀ ਉਸ ਰੱਬ ਦੇ ਘਰ ਤੋਂ ਮੰਗਦਾ ਨਾ, ਮੈਨੂੰ ਆ ਵੀ ਪ੍ਰਾਪਤੀ ਹੋ ਜਾਏ, ਮੈਨੂੰ ਤੇ ਆ ਕੁਝ ਵੀ ਚਾਹੀਦਾ, ਪਰ ਕਹਿੰਦੇ ਉਸ ਦੇਣ ਵਾਲੇ ਮਾਲਕ ਦੇ ਹੱਥ ਵਿੱਚ ਹੈ। ਉਹਨੇ ਤੈਨੂੰ ਕੀ ਦੇਣਾ, ਕਦੋਂ ਦੇਣਾ ਹੈ। ਯਾਦ ਰੱਖੀ, ਉਸ ਮਾਲਕ ਦੇ ਹੁਕਮ ਤੋਂ ਬਿਨਾ, ਉਸ ਦੇ ਭਾਣੇ ਤੋਂ ਬਿਨਾ ਮਿਲਣਾ ਵੀ ਕੁਝ ਨਹੀਂ ਹੈ। ਉਹ ਰੱਬ ਆਪ ਹੀ ਬਖਸ਼ਿਸ਼ ਕਰਦਾ ਹੈ। ਕੋਈ ਵੀ ਦਾਤ ਹੈ ਦੁਨਿਆਵੀ, ਇੱਥੋਂ ਤੱਕ ਧੀਆਂ ਪੁੱਤਰਾਂ ਦੀਆਂ ਦਾਤਾਂ ਵੀ, ਜਿੰਨਾ ਚਿਰ ਉਸ ਰੱਬ ਦਾ ਹੁਕਮ ਨਹੀਂ ਹੈ ਉਹਨਾਂ ਚਿਰ ਤੈਨੂੰ ਇਹ ਵੀ ਦਾਤਾਂ ਨਹੀਂ ਮਿਲ ਸਕਦੀਆਂ। ਪਰ ਯਾਦ ਰੱਖੀ, ਤੂੰ ਆਪਣੀ ਸਿਆਣਪ ਦੇ ਨਾਲ ਜੇ ਚਾਹੇ ਕਿ ਮੈਂ ਰੱਬ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਵਾਂ ਤੇ ਹੋ ਸਕਦਾ ਹੈ ਮੈਨੂੰ ਇਹ ਆਸਾਂ ਜਿਹੜੀਆਂ ਮੇਰੀਆਂ ਪੂਰੀਆਂ ਹੋ ਜਾਣ, ਜਿਹੜੀਆਂ ਲੋੜਾਂ ਨੇ ਇਹ ਦਾਤਾਂ ਨੇ ਮਿਲ ਜਾਣ। ਪਰ ਮਾਲਕ ਜੀ ਕਹਿੰਦੇ ਨਹੀਂ, ਦਾਤ ਲੈ ਕੇ ਆਖਰ ਤੇ ਤੈਨੂੰ ਇਹ ਗੱਲ ਕਹਿਣੀ ਪੈਣੀ ਹੈ, ਜਾਂ ਤਿਸ ਭਾਣਾ ਤਾਂ ਜੰਮਿਆ। ਜੇ ਰੱਬ ਦਾ ਭਾਣਾ ਸੀ ਤੇ ਮੇਰੇ ਘਰ ਇਹ ਦਾਤ ਪੈਦਾ ਹੋਈ ਹੈ। ਇਸ ਕਰਕੇ ਯਾਦ ਰੱਖੀ, ਹੈ ਸਾਰਾ ਕੁਝ ਉਹਦੇ ਘਰ ਵਿੱਚ ਹੈ। ਤੇ ਇੱਕ ਗੱਲ ਹੋਰ ਵੀ ਆਪਣੇ ਅੰਦਰ ਵਸਾ ਲਵੀਂ, ਜਿਸ ਰੱਬ ਨੇ ਤੈਨੂੰ ਇੰਨਾ ਕੁਝ ਦੇ ਕੇ ਨਵਾਜਿਆ, ਉਸ ਰੱਬ ਦੇ ਨਾਲ ਹਮੇਸ਼ਾ ਪ੍ਰੇਮ ਪਿਆਰ ਬਣਾ ਕੇ ਰੱਖੀ। ਕਿਤੇ ਕਿਸੇ ਦਾਤ ਤੋਂ ਨਾਰਾਜ਼ ਹੁੰਦਾ ਹੋਇਆ ਉਸ ਰੱਬ ਦੇ ਨਾਲ ਸ਼ਰੀਕ ਨਾ ਬਣ ਜਾਈਂ। ਸੋ ਪਿਆਰਿਓ, ਜਦੋਂ ਕੋਈ ਇਨਸਾਨ ਉਸ ਮਾਲਕ ਨੂੰ ਉਲਾਂਭੇ ਦਿੰਦਾ ਹੁੰਦਾ ਹੈ ਕਿ ਮੈਨੂੰ ਤੇ ਆ ਕੁਛ ਨਹੀਂ ਮਿਲਿਆ, ਮੈਂ ਤੇ ਬੜੇ ਲੰਮੇ ਸਮੇਂ ਤੋਂ ਅਰਜ਼ੋਈ ਕਰਦਾ ਪਿਆ, ਕਹਿੰਦੇ ਯਾਦ ਰੱਖੀ, ਉਸ ਮਾਲਕ ਦੇ ਘਰ ਵਿੱਚ ਦੇਰ ਤੇ ਹੈ, ਅੰਧੇਰ ਨਹੀਂ ਹੈ। ਆਪਣਾ ਬਣਨ ਦੀ ਬਜਾਏ ਕਿਤੇ ਸ਼ਰੀਕ ਨਾ ਬਣ ਜਾਈਂ। ਹਮੇਸ਼ਾ ਪਿਆਰ ਵਿੱਚ ਚੱਲੀ। ਜੇ ਦਾਤਾਂ ਦੇ ਵਿੱਚ ਕੁਝ ਵਕਤ ਲੱਗ ਗਿਆ ਹੈ ਤੇ ਮਾਲਕ ਨੂੰ ਕਿਸੇ ਗੱਲ ਦਾ ਉਲਾਂਭਾ ਨਾ ਦੇਵੀਂ। ਜਿੰਨੀਆਂ ਪਹਿਲਾਂ ਦਿੱਤੀਆਂ ਹੋਈਆਂ ਨੇ ਉਹਨਾਂ ਦਾ ਸ਼ੁਕਰਾਨਾ ਕਰੀ ਵੀ ਤੂੰ ਬਹੁਤ ਕੁਝ ਦਿੱਤਾ ਹੈ ਮਾਲਕਾ, ਮੈਨੂੰ ਤੇਰਾ ਇਹਦੇ ਵਿੱਚ ਬਹੁਤ ਕੋਟਾਨ-ਕੋਟ ਸ਼ੁਕਰ ਹੈ। ਇਸੇ ਕਰਕੇ ਗੁਰੂ ਜੀ ਰਹਿਮਤ ਕਰਨ ਲੱਗੇ, ਕਹਿੰਦੇ ਉਸ ਮਾਲਕ ਦੇ ਹੱਥ ਵਿੱਚ ਹੈ ਤੇ ਤੂੰ ਉਸ ਕੀਤੇ, ਉਸ ਰੱਬ ਦੇ ਕੀਤੇ ਹੋਏ ਦੇ ਵਿੱਚ ਕੁਝ ਨਹੀਂ ਕਰ ਸਕਦਾ। ਜੋ ਉਸ ਨੂੰ ਚੰਗਾ ਲੱਗਦਾ ਉਹ ਮਾਲਕ ਉਹੀ ਕਰਦਾ ਹੈ। ਜਾ ਕੇ ਰੁੱਖ ਬਿਰਖ ਆਰਾਓ, जेहि तात ते हाथ न नाओ। जाके रुख बिरख आ राओ, कहंदे जो भी कुछ नजर आ रहा है रुख बिरख, कहंदे जेहि धात ते हाथ न नाओ, जेड़े उस मालक ने पैदा कीते ने, जेहो जी धात है ओहो जी ਉਹਦਾ ਨਾਂ ਰੱਖ ਦਿੱਤਾ ਗਿਆ। ਸਾਰਾ ਕੁਝ ਚੱਲਦਾ ਤੇ ਉਸਦੇ ਭਾਣੇ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਫੁੱਲ ਭਾਓ ਪਿਆਰ ਭਾਵਨਾ, ਕਹਿੰਦੇ ਜਿਹੋ ਜਿਹਾ ਤੂੰ ਜਿਹੋ ਜੀ ਭਾਵਨਾ ਦਾ ਫੁੱਲ ਬੀਜੇਗਾ ਨਾ ਤੈਨੂੰ ਉਹੋ ਜਿਹਾ ਉਹਦਾ ਫਲ ਪ੍ਰਾਪਤ ਹੋ ਜਾਣਾ ਆ। ਜਿਹੋ ਜਿਹਾ ਇੱਥੇ ਭਾਵ ਸ਼ਬਦ ਪਿਆਰ ਭਾਵਨਾ ਵਾਸਤੇ ਆਇਆ, ਕਹਿੰਦੇ ਜਿਹੋ ਜਿਹਾ ਫੁੱਲ ਬੀਜੇਗਾ, ਜਿਹੜੀ ਭਾਵਨਾ ਦਾ ਫੁੱਲ ਬੀਜੇਗਾ ਉਹੋ ਜਿਹਾ ਫਲ ਤੈਨੂੰ ਪ੍ਰਾਪਤ ਹੋ ਜਾਣਾ ਹੈ। ਯਾਦ ਰੱਖੀ, ਤੂੰ ਰੱਬ ਦੇ ਘਰ ਵਿੱਚੋਂ ਪਿਆਰ ਵਾਲਾ ਭਾਵਨਾ ਵਾਲਾ ਐਸਾ ਫੁੱਲ ਬੀਜ ਕਿ ਤੇਰਾ ਮਾਲਕ ਦੇ ਨਾਲ ਪਿਆਰ ਬਣਿਆ ਰਹਿ ਸਕੇ। ਐਸੀ ਭਾਵਨਾ ਵਾਲਾ ਫੁੱਲ ਬੀਜ ਕਿ ਤੂੰ ਉਸ ਮਾਲਕ ਦੇ ਘਰ ਦੇ ਨਾਲ ਸ਼ਰਧਾ ਨਾਲ ਜੁੜਿਆ ਰਹਿ ਸਕੇ। ਯਾਦ ਰੱਖੀ,
ਹੰਕਾਰੀ ਬਿਰਤੀ ਵਾਲਾ ਬੀਜ ਨਾ ਬੀਜੀ। ਜਿਹੋ ਜਿਹਾ ਬੀਜ ਬੀਜਣਾ ਉਹੋ ਜਿਹਾ ਤੈਨੂੰ ਉਹਦਾ ਫਲ ਪ੍ਰਾਪਤ ਹੋ ਜਾਣਾ। ਪਰ ਗੁਰੂ ਪਿਆਰਿਆ, ਇੱਕ ਗੱਲ ਯਾਦ ਰੱਖੀ, ਤੂੰ ਐਸਾ ਬੀਜ ਆਪਣੇ ਜੀਵਨ ਦੇ ਵਿੱਚ ਬੀਜਣ ਦਾ ਯਤਨ ਕਰੀ ਕਿ ਜਦੋਂ ਤੈਨੂੰ ਉਹਦਾ ਫਲ ਪ੍ਰਾਪਤ ਹੋਣਾ ਨਾ, ਉਦੋਂ ਤੈਨੂੰ ਝੁਕਣਾ ਨਾ ਪਵੇ। ਜਦੋਂ ਉਹਦਾ ਫਲ ਪ੍ਰਾਪਤ ਹੋਣਾ ਨਾ, ਉਦੋਂ ਤੈਨੂੰ ਉਦਾਸ ਨਾ ਹੋਣਾ ਪਵੇ। ਤੂੰ ਖੁਸ਼ ਹੋਵੇਂ, ਸੁਰਖਰੂ ਹੋਵੇਂ, ਤੈਨੂੰ ਕੁਛ ਚੰਗਾ ਲੱਗੇ ਵੀ ਮੈਨੂੰ ਤੇ ਬੜੀ ਚੰਗੀ ਪ੍ਰਾਪਤੀ ਹੋਈ ਹੈ। ਇਸ ਕਰਕੇ ਐਸਾ ਬੀਜ ਬੀਜ ਜਿਹਦੇ ਬਦਲੇ ਤੈਨੂੰ ਅਨੇਕ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਏ। ਕਿਤੇ ਤੈਨੂੰ ਮਨ ਨੀਵਾਂ ਨਾ ਕਰਨਾ ਪਵੇ। ਸਾਨੂੰ ਗੁਰਬਾਣੀ ਦੇ ਵਿੱਚ ਅਨੇਕ ਥਾਵਾਂ ਤੇ ਮਾਲਕ ਜੀ ਨੇ ਸਮਝਾਇਆ ਵੀ ਐਸਾ ਬੀਜ ਬੀਜੀ, ਇਹ ਤੇਰੇ ਕਰਮਾਂ ਦਾ ਖੇਤ ਹੈ, ਇਹ ਤੇਰੇ ਜੀਵਨ ਦੀ ਐਸੀ ਖੇਤੀ ਆ। ਇਸ ਆਪਣੇ ਖੇਤੀ ਦੇ ਵਿੱਚ ਜਿਹੋ ਜਿਹਾ ਬੀਜ ਬੀਜੇਗਾ ਤੈਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਣਾ ਆ। ਤੇ ਫਿਰ ਬੀਜਿਆ ਚੰਗਾ ਜਾਏ। ਜੇਕਰ ਚੰਗੇ ਦੀ ਆਸ ਹੈ ਤੇ ਗੁਰੂ ਪਿਆਰਿਓ, ਇਹ ਸਾਡੇ ਜੀਵਨ ਦੀਆਂ ਆਮ ਉਦਾਹਰਨਾਂ ਨੇ। ਕਿਸੇ ਦੇ ਕੋਲ ਜ਼ਮੀਨ ਹੈ, ਉਹ ਆਪਣੀ ਜ਼ਮੀਨ ਦੇ ਵਿੱਚ ਵੀ ਕੁਝ ਐਸਾ ਬੀਜਦਾ ਵੀ ਮੈਂ ਜਿਸ ਦਿਨ ਵੱਢਣਾ ਮੈਨੂੰ ਇਹਦਾ ਨਫਾ ਹੋ ਜਾਏ। ਜੇ ਕੋਈ ਇਨਸਾਨ ਕਿਸੇ ਅਹੁਦੇ ਤੇ ਲੱਗਣਾ ਚਾਹੁੰਦਾ ਹੈ ਤੇ ਤਾਂ ਵੀ ਉਸ ਤੇ ਲੱਗਦਾ ਹੈ ਵੀ ਜਦੋਂ ਮੈਨੂੰ ਕੋਈ ਤਨਖਾਹ ਮਿਲਣੀ, ਕੋਈ ਪੇਸ਼ਾ ਮਿਲਣਾ, ਮੇਰੀ ਕਮਾਈ ਚੰਗੀ ਹੋ ਸਕੇ। ਫਿਰ ਗੁਰੂ ਜੀ ਰਹਿਮਤ ਕਰਨ ਲੱਗੇ, ਤੂੰ ਆਪਣੇ ਜੀਵਨ ਦੇ ਵਿੱਚ ਕਰਮਾਂ ਦਾ ਬੀਜ ਵੀ ਕੁਝ ਐਸਾ ਬੀਜ ਜਿਹਦੇ ਬਦਲੇ ਤੈਨੂੰ ਚੰਗੇ ਗੁਣ, ਗੁਰੂ ਦਾ ਪਿਆਰ, ਉਸ ਮਾਲਕ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ। ਕਿਤੇ ਤੈਨੂੰ ਝੁਕਣਾ ਨਾ ਪੈ ਜਾਵੇ। ਆਪ ਬੀਜ ਆਪੇ ਹੀ ਖਾਏ। ਕਹਿੰਦੇ ਆਪ ਐਸਾ ਬੀਜ ਬੀਜ ਕੇ ਜਿਹੜਾ ਤੂੰ ਆਪ ਹੀ ਖਾਣਾ ਹੈ। ਤੇ ਆਪਣੇ ਮਨ ਵਿੱਚ ਆਸ ਵੀ ਇਹ ਰੱਖ ਕੇ ਚੱਲਣੀ ਚਾਹੀਦੀ ਹੈ, ਜੇ ਮੈਂ ਚੰਗਾ ਕਰਦਾ ਤੇ ਮੈਨੂੰ ਚੰਗੇ ਦੀ ਪ੍ਰਾਪਤੀ ਹੋਏਗੀ। ਜੇ ਮੈਂ ਅੱਜ ਜੈਸਾ ਕਰਦਾ ਇਹਦਾ ਫਲ ਮੈਨੂੰ ਮਿਲਣਾ ਹੈ, ਇਹਦਾ ਫਲ ਮੇਰੇ ਪਰਿਵਾਰ ਨੂੰ ਨਹੀਂ, ਇਹਦਾ ਫਲ ਮੇਰੇ ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਨਹੀਂ। ਮਾਲਕ ਜੀ ਕਹਿੰਦੇ ਤੂੰ ਬੀਜਿਆ ਆਪ ਹੈ ਤੇ ਯਾਦ ਰੱਖੀ ਫਲ ਵੀ ਤੈਨੂੰ ਪ੍ਰਾਪਤ ਹੋਣਾ। ਇਹ ਆਪਣੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਵਸਾ ਕੇ ਰੱਖੀ। ਇਸ ਕਰਕੇ ਫੁੱਲ ਭਾਵਨਾ ਵਾਲਾ ਬੀਜ, ਐਸੀ ਭਾਵਨਾ ਵਾਲਾ ਬੀਜ ਫਲ ਲਿਖਿਆ ਪਾਏ, ਉਹੋ ਜਿਹਾ ਤੈਨੂੰ ਫਲ ਪ੍ਰਾਪਤ ਹੋ ਜਾਏ। ਕੱਚੀ ਕੰਧ ਕੱਚਾ ਵਿਚਰਾਜ, ਮਤ ਅਲੂਣੀ ਫਿੱਕਾ ਸਾਧ। ਕੱਚੀ ਕੰਧ, ਜੀਵਨ ਦੀ ਕੱਚੀ ਕੰਧ ਜਿਹੜੀ ਵਿਕਾਰਾਂ ਦੇ ਆਸਰੇ ਟਿਕੀ ਹੋਈ ਆ। ਭਾਵ ਕਿ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਇੱਕ ਕੱਚੀ ਕੰਧ ਕਿਸੇ ਕੱਚੇ ਰਾਜ ਮਿਸਤਰੀ ਦੇ ਕੋਲੋਂ ਕੱਚੀ ਕੰਧ ਬਣਵਾ ਲਈ। ਜਿਹੋ ਜਿਹਾ ਉਹਦਾ ਕੰਮਕਾਰ ਸੀ ਉਹੋ ਜੀ ਉਹਨੇ ਉਸਾਰੀ ਕਰ ਦਿੱਤੀ ਹੈ। ਹੁਣ ਉਹ ਬਹੁਤਾ ਲੰਮਾ ਸਮਾਂ ਟਿਕਣ ਵਾਲੀ ਕੰਧ ਨਹੀਂ। ਉਹਨੂੰ ਕਈ ਤਰ੍ਹਾਂ ਦੀਆਂ ਹਨੇਰੀਆਂ ਨੇ, ਹਵਾਵਾਂ ਨੇ, ਝੱਖੜਾਂ ਨੇ ਡੇਗ ਦੇਣਾ ਹੈ। ਇਸੇ ਤਰ੍ਹਾਂ ਕਹਿੰਦੇ ਆਪਣੇ ਜੀਵਨ ਦੀ ਕੰਧ ਹੈ ਨਾ, ਜਿਹੜੀ ਤੇਰੇ ਜੀਵਨ ਦੀ ਕੰਧ, ਇਹਦੀ ਉਸਾਰੀ ਐਸੀ ਕੀਤੀ ਜਾਏ ਕਿ ਇਹਨੂੰ ਵਿਕਾਰਾਂ ਦੇ ਝੱਖੜ, ਤ੍ਰਿਸ਼ਨਾ, ਲਾਲਚ, ਮੋਹ ਇਹ ਤੇਰੇ ਆਚਰਣ ਨੂੰ ਡੇਗ ਨਾ ਸਕਣ। ਇਹਦੀ ਉਸਾਰੀ ਪੱਕੀ ਹੋ ਜਾਏ। ਜੇ ਤੂੰ ਆਪਣੇ ਜੀਵਨ ਦੀ ਕੰਧ ਦੀ ਉਸਾਰੀ ਕਰਨੀ ਚਾਹੁੰਦਾ ਚੰਗੇ ਤਰੀਕੇ ਨਾਲ, ਉਸ ਮਾਲਕ ਦੇ ਕੋਲੋਂ ਆ ਕੇ ਬਖਸ਼ਿਸ਼ ਪ੍ਰਾਪਤ ਕਰੀ। ਜੇਕਰ ਮਾਲਕ ਦੇ ਬਚਨਾਂ ਦੁਆਰਾ ਤੇਰੇ ਜੀਵਨ ਦੇ ਕੰਧ ਦੀ ਉਸਾਰੀ ਹੋ ਜਾਏ, ਯਾਦ ਰੱਖੀ ਫਿਰ ਇਹ ਕੰਧ ਛੇਤੀ ਟੁੱਟ ਨਹੀਂ ਸਕਦੀ। ਫਿਰ ਇਹ ਕੰਧ ਮੋਹ ਦੀ ਤਿਲਕਣਬਾਜ਼ੀ ਨਾਲ ਇਸ ਕੰਧ ਨੂੰ ਤੋੜਿਆ ਨਹੀਂ ਜਾ ਸਕਦਾ। ਫਿਰ ਸਮੇਂ-ਸਮੇਂ ਤੇ ਜੀਵਨ ਵਿੱਚ ਦੁੱਖ ਆਉਣ, ਵਿਕਾਰ ਆਉਣ, ਕੁਛ ਵੀ ਹੋਵੇ, ਯਾਦ ਰੱਖੀ ਫਿਰ ਇਹ ਕੰਧ ਟੁੱਟੇਗੀ ਨਹੀਂ। ਕਿਉਂ? ਇਸ ਕੰਧ ਦੀ ਉਸਾਰੀ ਮਾਲਕ ਦੇ ਗੁਣਾਂ ਵੱਲੋਂ ਹੋਈ, ਬਖਸ਼ਿਸ਼ ਵੱਲੋਂ ਹੋਈ। ਤੇ ਗੁਰੂ ਜੀ ਰਹਿਮਤ ਕਰਦੇ ਨੇ, ਕਹਿੰਦੇ ਜਿਨ੍ਹਾਂ ਨੇ ਆਪਣੀ ਇਸ ਜੀਵਨ ਦੀ ਕੰਧ ਦੀ ਉਸਾਰੀ ਵਿਕਾਰਾਂ ਦੇ ਕੋਲੋਂ ਕਰਵਾਈ ਹੈ ਨਾ, ਫਿਰ ਉਹਨਾਂ ਦੀਆਂ ਜ਼ਮੀਰਾਂ ਥੋੜੇ ਜਿਹੇ ਪਾਸੇ ਕਰਕੇ ਡੋਲ ਗਈਆਂ, ਥੋੜੇ ਜਿਹੇ ਪਦਾਰਥਾਂ ਕਰਕੇ ਡੋਲ ਗਈਆਂ, ਮੋਹ ਕਰਕੇ ਡੋਲ ਗਈਆਂ।
ਤੇ ਗੁਰੂ ਜੀ ਰਹਿਮਤ ਕਰਦੇ ਨੇ। ਅਸੀਂ ਪੜ੍ਹਦੇ ਹਾਂ, ਇਤਿਹਾਸ ਗਵਾਹ ਸਾਡੇ ਕੋਲ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਕੰਧ ਦੀ ਉਸਾਰੀ ਕੀਤੀ। ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਮਨ ਐਸਾ ਉਹਨਾਂ ਦਾ ਡੋਲਦਾ ਨਹੀਂ, ਕਿਉਂ? ਅੰਦਰ ਦੀ ਉਸਾਰੀ ਬੜੀ ਮਜ਼ਬੂਤ ਹੋਈ ਹੈ। ਮਾਲਕ ਦੇ ਬਚਨਾਂ ਦਾ ਆਸਰਾ ਹੈ। ਮਾਲਕ ਜੀ, ਤੇਰਾ ਕੀਤਾ ਹੋਇਆ ਮੈਨੂੰ ਸਾਰਾ ਪ੍ਰਵਾਨ ਹੈ, ਮੈਨੂੰ ਸਭ ਕੁਝ ਚੰਗਾ ਲੱਗਦਾ ਹੈ। ਮੇਰੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਮੈਂ ਤੁਹਾਡੇ ਭਾਣੇ ਦੇ ਵਿੱਚ ਚੱਲ ਕੇ ਆਪਣੇ ਜੀਵਨ ਦਾ ਸਮਾਂ ਬਤੀਤ ਕਰਦਾ ਪਿਆ। ਮੇਰੇ ਇਸ ਸਰੀਰ ਤੇ ਦੁੱਖ ਵੀ ਕਿਉਂ ਨਾ ਆ ਜਾਣ, ਮੇਰੇ ਜੀਵਨ ਦੇ ਵਿੱਚ ਤਕਲੀਫਾਂ ਵੀ ਕਿਉਂ ਨਾ ਆ ਜਾਣ, ਮੈਂ ਆਪਣੇ ਜੀਵਨ ਦੀ ਵਾਂਗ ਡੋਰ ਤੇਰੇ ਹੱਥ ਦੇ ਵਿੱਚ ਫੜਾ ਦਿੱਤੀ ਹੈ। ਮਾਲਕਾ, ਮੈਨੂੰ ਇੰਨਾ ਪਤਾ ਹੈ, ਜਿਸ ਤੇ ਤੂੰ ਰਹਿਮਤ ਕਰ ਦੇਨਾ ਉਸ ਨੂੰ ਫਿਰ ਡੋਲਣ ਨਹੀਂ ਦਿੰਦਾ। ਭਾਵੇਂ ਦੁੱਖ ਆ ਜਾਣ, ਭਾਵੇਂ ਜਿਸ ਤਰ੍ਹਾਂ ਮਰਜ਼ੀ ਜੀਵਨ ਦੇ ਵਿੱਚ ਤੂਫਾਨ ਆ ਜਾਣ। ਉਹਨਾਂ ਦੇ ਇਤਿਹਾਸ ਨੇ, ਗੁਰੂ ਪਿਆਰਿਆਂ ਦੇ ਇਤਿਹਾਸ ਨੇ ਸੱਚ ਕਰਕੇ ਵਿਖਾਇਆ ਹੈ। ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਰੋ ਦਿੱਤੇ ਨੇ, ਨੇਜਿਆਂ ਤੇ ਟੰਗੇ ਗਏ ਨੇ, ਪਰ ਅੰਦਰੋਂ ਮਨ ਉਸ ਗੁਰੂ ਦੇ ਸ਼ਬਦ ਦੇ ਨਾਲ ਸੰਭਾਲਿਆ ਹੋਇਆ ਹੈ। ਠੰਮੀ ਗੁਰੂ ਦੇ ਸ਼ਬਦ ਦੀ ਹੈ, ਗੁਰੂ ਦੇ ਗਿਆਨ ਦੀ ਹੈ, ਫਿਰ ਉਹ ਮਨ ਡੋਲਿਆ ਨਹੀਂ। ਗੁਰੂ ਜੀ ਰਹਿਮਤ ਕਰਨ ਲੱਗੇ, ਮਤ ਅਲੂਣੀ ਫਿੱਕਾ ਸਾਧ, ਜਿਸ ਦੀ ਮਤ ਫਿੱਕੀ ਹੈ, ਜਿਸ ਦੀ ਮਤ ਗੁਰੂ ਦੇ ਬਚਨਾਂ ਤੋਂ ਵਾਂਝੀ ਹੈ, ਫਿਰ ਉਹਨੂੰ ਸਵਾਦ ਜਿਹੜਾ ਉਹ ਵੀ ਫਿੱਕਾ ਆਏਗਾ। ਉਹਨੂੰ ਫਿਰ ਉਹਦੇ ਵਿੱਚੋਂ ਕੋਈ ਸਵਾਦ ਨਹੀਂ ਆਉਣਾ ਆਪਣੇ ਜੀਵਨ ਵਿੱਚੋਂ। ਕਹਿੰਦੇ ਇਸ ਕਰਕੇ ਮਤ ਗੁਰੂ ਦੇ ਸ਼ਬਦ ਵਾਲੀ ਲੈ ਕੇ ਚੱਲ, ਤਾਂ ਕਰਕੇ ਤੇਰਾ ਜੀਵਨ ਆਨੰਦ ਵਾਲਾ ਬਣ ਸਕਦਾ ਹੈ। ਨਾਨਕ ਆਨੇ ਆਵੇ ਰਾਸ, ਵਿਣ ਨਾਵੇਂ ਨਾਹੀ ਸ਼ਾਬਾਸ਼। हे ਨਾਨਕ, ਐਸੇ ਰਸ ਗੁਰੂ ਦੇ ਪ੍ਰਾਪਤੀ ਵਾਲੇ ਗੁਰੂ ਨੂੰ ਚੰਗੇ ਲੱਗਦੇ ਨੇ। ਵਿਣ ਨਾਵੇਂ ਨਾਹੀ ਸ਼ਾਬਾਸ਼, ਨਾਮ ਤੋਂ ਬਿਨਾ ਜਿਹੜਾ ਤੇਰਾ ਜੀਵਨ ਹੈ, ਨਾਮ ਤੋਂ ਬਿਨਾ ਤੇਰੀ ਜ਼ਿੰਦਗੀ ਹੈ, ਗੁਰੂ ਦੇ ਕੋਲ ਪਰਵਾਹ ਨਹੀਂ। ਮਾਲਕ ਦੇ ਕੋਲੋਂ ਉਹਨਾਂ ਨੂੰ ਸ਼ਾਬਾਸ਼, ਮਾਲਕ ਦੇ ਕੋਲੋਂ ਉਹਨਾਂ ਨੂੰ ਵਾਹ ਵਾਹ ਮਿਲਦੀ ਆ, ਜਿਹੜੇ ਆਪਣਾ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਬਤੀਤ ਕਰਦੇ ਨੇ। ਸੋ ਗੁਰੂ ਪਿਆਰਿਓ, ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਨੇ ਰਹਿਮਤ ਕਰਦਿਆਂ ਹੋਇਆ ਸਾਨੂੰ ਇਹ ਸਮਝਾਉਣਾ ਕੀਤਾ ਕਿ ਸੱਚ ਜਾਣੀ, ਉਸ ਮਾਲਕ ਨੂੰ ਉਹੀ ਚੰਗਾ ਲੱਗਦਾ ਹੈ ਜੋ ਸੱਚਾ ਹੋਵੇ। ਉਹ ਆਪ ਸੱਚਾ ਹੈ, ਉਹਨੂੰ ਵੀ ਸੱਚ ਚੰਗਾ ਲੱਗਦਾ ਹੈ। ਕੂੜ ਦੇ ਪਦਾਰਥ, ਕੂੜ ਉਹਦੀਆਂ ਨਜ਼ਰਾਂ ਦੇ ਵਿੱਚ ਬਹੁਤਾ ਸਮਾਂ ਨਹੀਂ ਟਿਕਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਕੋਟਾਨ ਕੋਟ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤ ਦਾ ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नाथ पिता हम तुमरी कृपा मह सुख कने, ऊंचे ते ऊंचा भगवंत तुम ते हो सो आज्ञाकारी, तुमरी दात में तो तुम ही, नानक दास सदा कुर्बानी। बोलना जी सतनाम श्री वाहिगुरु 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 साहिब जी। अरदास एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर का गुरु नानक ली ते आए, फिर अंगद गुरु ते अमरदास रामदास हुई सहाय।
अर्जुन हर गोबिंद नु सिमरो श्री हर राय श्री हर कृष्ण ध्याई है। जिस डिठी सब दुख जाए तेग बहादुर सिमरिया करनो बताए सब थई सहाय। दसवीं पातशाह साहिब श्री गुरु गोबिंद सिंह जी महाराज सब थई सहाय सब थई सहाय। दसा पातशाहियां दी जोत साहिब श्री गुरु ग्रंथ साहिब जी के पाठ दर्शन दीदार दा ध्यान करके बोलो जी। पंजा प्यारियां चौहां साहिबजादियां 40 मुक्तियां हठियां जपियां तपियां जिन्हां नाम जपिया वंड छकिया। देग चलाई तेग वाही देख के अंडिठ कीता तिन्हां प्यारियां सचियारियां दी पवित्र कमाई दा ध्यान करके बोलो जी। जिन्हां ਸਿੰਘਾਂ ਸਿੰਘਣੀਆਂ ने धर्म हेत ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। प्रथम सरबत खालसा जी की अरदास है जी। सरबत खालसा जी को वाहिगुरु 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 चित आवा चित आवन का सदका सर्व सुख हुआ। जहाँ जहाँ गुरु खालसा जी साहिब तहाँ हर्षिया रियायत देग तेग फतेह बिरद की पैज पंथ की जीत श्री साहिब जी सहाय। खालसा जी के बोल वाले बोलो जी। सिखां नूं सिखी दान केस दान रहत दान विवेक दान विसाह दान भरोसा दान दाना सिर दान नाम दान। श्री अमृतसर जी के दर्शन स्नान चौंकियां झंडे बूंगे जुगो जोगा टाल धर्म का जयकार बोलो जी। सिखां दा मन नीवा मत उची मत पत के राखे आप वाहिगुरु। हे अकाल पुरख अपने पंथ दे सदा सहाई दातार जीओ। श्री ननकाना साहिब ते होर आदि गुरुद्वारियां गुरधामां जिन्हां तो पंथ नूं विछोड़िया गया है खुले दर्शन दीदार ते सेवा संभाल दा दान खालसा पंथ नूं बख्शो। हे निमाणियां दे मान निताणियां दे तान निउटियों की ऊट निआसरियों के आसरे बानी के चवर छतर तखत दे मालक गद्दी ते विराजमान जुगो जुग टल धन धन साहिब श्री गुरु ग्रंथ साहिब जी महाराज जी दातार पिता जी। इस वक्त आप जी की पावन पवित्र हजूरी चरणा कमला चोर अरदास बेनती जोदड़ी की जाती है। प्रवान करियो जी महाराज सतगुरु जी आप जी दी अपार बख्शिशां होईयां। अमृत वेले आप जी ने अपनी प्यारियां संगतां नूं खुले दर्शन दीदारे बख्शिश करके निहाल 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 कीता जी। अमृत वेले आप जी की पावन पवित्र हजूरी च अमृत वेले दियां नितनेम दियां बाणियां दे जाप होए। उपरंत धन धन साहिब श्री गुरु ग्रंथ साहिब महाराज सच्चे पातशाह जीओ आप जी की पावन बाणी की लड़ीवार शब्दी विचार हुई। गुरबाणी जाप करदे शब्दी विचार करदे आप जी दियां प्यारियां संगतां कोलों गुरबाणी सरवण करदे सतगुरु जी होईयां बेअंत भुलां दियां खेवां बख्शणियां गां तो समत बख्शिश करनी। पढ़ी सुनी गुरबाणी दा भाव सरबत संगतां हिरदियां च वसाउणा महाराज कृपा करनी। सरबत संगत दे सीस ते मेरा प्रथ रखना चढ़दियां कला वाला जीवन प्रदान करना देर उतारियां दातां प्रदान करनियां दरों घरों गुरसिੱਖੀ जीवन अमृत दी दात बख्शिश करनी। नगर खेड़े सुख रतावनी देशां विदेशां विखे मेरा प्रथ रखना जी। दाल आई संगत दी हाजरी दर प्रवान करनी तिल फुल भेटावां दर ते प्रवान करनियां कदम कदम पुट्टे लेखे विच लाउणे। सरबत संगतां दीयां अरदासां बेनतियां गुरमत अनुसार संपूर्ण करनियां। फसलवाड़ी माल डंगर ते सुख रतावनी सतगुरु जी इस वक्त आप जी दर घर दे प्रीतवान सरदार भगत सिंह जी दे परिवार वल्लों आप जी की पावन पवित्र हजूरी से पंचम कड़ाह प्रसाद की देग सजा के हाजिर है दर प्रवान होवे। प्रवानिया प्रसाद सार संगत की रस्मी लायक हुए सतगुरु जी सेवक परिवार के सीस ते मेरा प्रथ रखना बच्चों के रोगतरी दातां प्रदान करनियां दरों घरों गुरसिੱਖੀ जीवन अमृत की दात बख्शिश करनी चढ़दियां कला वाला जीवन प्रदान करना देशां विदेशां चढ़दियां कला बख्शिश करनियां कारोबार वरतां पाउणियां आउण वाला समा सुहावना बख्शिश करना। महाराज इस वक्त दीवान की संपूर्ण समाप्ति की अरदास बेनती करो कृपा जी पावन हुक्मनामा बख्शिश करके
संगतां नूं कृतार्थ करो जी। हुक्मनामे ते चलण दी समर्था बख्शो महाराज। सुख होवे नाम चेता आवे, नानक नाम चढ़दी कला, तेरे भाणे सरबत दा भला। वाहिगुरु जी का खालसा, वाहिगुरु जी की फतेह। दोहरा आज्ञा भई अकाल की, तभी चलायो सब सिखण तो कल है गुरु मान्यो। गुरु ग्रंथ जी मान्यो प्रगट गुरा की, जो प्रभ को मिलते है खोज शब्द में, राज करेगा खालसा की रहना। ख्वारे सब मिलेंगे बचे शरण जो, ख्वारे सब मिलेंगे बचे शरण जो, बोले सो निहाले। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। दर्शन देख जीवा गुर तेरा, पूरन कर्म होए प्रभ मेरा। ये बेनंती सुन प्रभ मेरे, देह नाम कर अपने चेरे। अपनी शरण राख प्रभ दाते, गुर प्रसाद किन विरले जाते। सुनो बिनो प्रभ मेरे मीता, चरण कमल वसै मेरे चीता। नानक एक कर अरदास, विसर नाहि पूरन गुणतास। सुकह टल गुर सेविया, अहन सहज सुभाए। दर्शन परसे गुरु के, जन्म मरण दुख जाए। सतनाम श्री वाहिगुरु साहिब जी। सोरठ महला पंजवा, हमरी गनत ना गनिया काई। अपना बिरद पछाण, हाथ दे राखे कर अपने। सदा सदा रंग मान, हमरी गनत ना गनिया काई। अपना बिरद पछाण, हाथ दे राखे कर अपने। सदा सदा रंग मान, साचा साहिब साध मेहरबान। बंद पाया मेरा सतगुर पूरे, होई सर्ब कल्याण। रहाओ जियो पाए पिंड जन साजिया। दिता पहनन खान, अपने दास की आप पैज राखी। नानक साधु कुर्बान,
ਜਿਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ।